अस्सलाम वालेकुम जी जिमीदार भराओ की हाल है ठीक हो ਤੁਹਾਡਾ ਸਜਾਦ ਗੁੱਜਰ ਅੱਜ ਅਸੀਂ ਗੱਲ ਕਰਾਂਗੇ ਮੱਕੀ ਦੇ ਬਾਰੇ 'ਚ ਕਿ ਮੱਕੀ ਨੂੰ ਕਿਹੜੀ ਫਰਟੀਲਾਈਜ਼ਰ ਚਾਹੀਦੀ ਹੈ ਔਰ ਕਿੰਨੀ ਮਕਦਾਰ 'ਚ ਚਾਹੀਦੀ ਹੈ ਕਿਉਂਕਿ ਪਤਾ ਸਾਰਿਆਂ ਨੂੰ ਇਹ ਪਾਉਂਦੇ ਸਾਰੇ ਹੀ ਨੇ ਲੇਕਿਨ ਜਿਹੜੇ ਟਾਈਮ ਤੇ ਕਿੰਨੀ ਡੋਜ਼ ਪਾਣੀ ਹੈ ਮੇਨ ਚੀਜ਼ ਉਹ ਵੈਲਿਊ ਰੱਖਦੀ ਹੈ। ਹੁਣ ਮੱਕੀ ਦੀ ਪਹਿਲਾਂ ਤੇ ਜ਼ਮੀਨ ਦੀ ਤਿਆਰੀ ਵਿੱਚ ਲੋਕੀ ਪਾਉਂਦੇ ਨੇ DAP, ਲੇਕਿਨ DAP ਤੁਹਾਨੂੰ ਵੀ ਪਤਾ ਹੈ ਇਸ ਵਕਤ 17-18 ਹਜ਼ਾਰ ਦੀ ਹੈ, ਨਹੀਂ ਅਫੋਰਡ ਹੋ ਰਹੀ। ਅਸੀਂ ਉਹਦੇ ਮੁਤਬਾਦਲ ਪਵਾਉਂਦੇ ਪਏ ਹਾਂ ਜਾਂ ਤੇ MAP 1144 ਗ੍ਰੈਨੂਲਰ ਹੈ ਜਾਂ ਪਾਉਂਦੇ ਪਏ ਹਾਂ UP 1040, ਉਹ ਵੀ ਗ੍ਰੈਨੂਲਰ ਹੈ। UP 1040 ਵਿੱਚ 10% ਨਾਈਟ੍ਰੋਜਨ ਹੈ, 40% ਫਾਸਫੋਰਸ ਹੈ, 5.5% ਮੈਗਨੀਸ਼ੀਅਮ ਸਲਫੇਟ ਉਹਦੇ ਵਿੱਚ ਐਡ, ਮੈਗਨੀਸ਼ੀਅਮ ਹੀ ਉਹਦੇ ਵਿੱਚ ਐਡ ਹੈ। ਹੁਣ ਅਗਰ ਅਸੀਂ ਤਿਆਰੀ ਦੀ ਗੱਲ ਕਰੀਏ ਤੇ ਮੱਕੀ ਦੀ ਤਿਆਰੀ ਵਿੱਚ ਤੁਸੀਂ ਪੂਰਾ ਬੈਗ ਪਾਣਾ UP ਦਾ ਗ੍ਰੈਨੂਲਰ ਦਾ 1040 ਦਾ ਜਿਹਦੇ 'ਚ ਮੈਗਨੀਸ਼ੀਅਮ ਐਡ ਹੈ, ਜਾਂ ਤੁਸੀਂ ਪਾ ਸਕਦੇ ਹੋ MAP 1144 ਗ੍ਰੈਨੂਲਰ, ਇੱਕ ਬੈਗ ਪੂਰਾ 25 ਕਿਲੋ ਵਾਲਾ ਥੱਲੇ ਪਾਣਾ। ਉਹਦੇ ਨਾਲ ਤੁਸੀਂ ਹੋਮਿਓਕ ਐਸਿਡ ਪਾ ਸਕਦੇ ਹੋ, ਵੈਲ ਐਂਡ ਗੁੱਡ। ਅਗਰ ਨਹੀਂ ਹੋਮਿਓਕ ਐਸਿਡ ਪੈਂਦਾ ਉੱਤੇ ਇੰਪੋਰਟਡ ਹੋਮਿਓਕ ਐਸਿਡ ਜਿਹੜਾ 60% ਹੁੰਦਾ ਉਹ ਤੁਸੀਂ ਉੱਤੇ ਮੱਕੀ ਦੇ 3 ਤੋਂ 4 ਕਿਲੋ ਵੀ ਪਾ ਲਓ ਨਾ, ਉਹ ਫਲੱਡ ਹੁੰਦਾ 100% ਵਾਟਰ ਸੋਲੂਬਲ ਹੈ, ਉਹ ਤੁਸੀਂ ਉੱਤੇ ਵੀ ਪਾ ਸਕਦੇ ਹੋ। 3 ਤੋਂ 4 ਕਿਲੋ ਫਲੱਡ ਕਰ ਛੜੋ ਪਾਣੀ 'ਚ ਹੱਲ ਕਰਕੇ, ਉਹ ਵੀ ਕਰ ਸਕਦੇ ਹੋ। ਉਸ ਤੋਂ ਬਾਅਦ ਜਿਸਲੇ ਮੱਕੀ ਆ ਜਾਂਦੀ ਹੈ 3 ਤੋਂ 4 ਪੱਤਿਆਂ ਤੇ, ਜਾਂ 2 ਤੋਂ 3 ਪੱਤਿਆਂ ਜਾਂ 3 ਤੋਂ 4 ਪੱਤਿਆਂ ਤੇ ਹੋ ਜਾਂਦੀ ਹੈ, ਮਤਲਬ ਹੈ 10 ਤੋਂ 15 ਦਿਨ ਦਾ ਹੋ ਜਾਂਦਾ। ਉਸ ਲਈ ਤੁਸੀਂ ਪਾਣਾ ਕਮ ਸੇ ਕਮ 10 ਕਿਲੋ MAP, ਭਾਵੇਂ ਦਾਣੇਦਾਰ ਪਾ ਲਓ ਤੇ ਭਾਵੇਂ ਪਾਊਡਰ ਪਾ ਲਓ। MAP 1261 ਵੀ ਤੇ MAP 1144 ਵੀ, 10 ਕਿਲੋ ਉਹ ਪਾਣਾ ਤੇ ਨਾਲ ਪੂਰਾ ਬੈਗ ਯੂਰੀਆ ਦਾ 50 ਕਿਲੋ ਯੂਰੀਆ ਨਾਲ ਉਹਦੇ ਪਾਣਾ। ਇਹ ਦੱਸਣਾ ਪਿਆ ਪਹਿਲੀ ਡੋਜ਼ ਉਹਦੀ ਥੱਲੇ ਜ਼ਮੀਨ ਦੀ ਤਿਆਰੀ ਤੋਂ ਬਾਅਦ ਜਿਸਲੇ ਪੌਦਾ ਉਗਦਾ 2-3-4 ਪੱਤਿਆਂ ਤੇ ਆਉਂਦਾ ਹੈ, ਉਸ ਟਾਈਮ ਦੀ ਪਹਿਲੀ ਵਾਰ ਦੀ ਗੱਲ ਕਰਨਾ ਪਿਆ। ਪਹਿਲੀ ਵਾਰ 'ਚ ਤੁਸੀਂ ਪਾਣਾ ਪੂਰਾ ਯੂਰੀਆ ਦਾ ਬੈਗ 50 ਕਿਲੋ ਦਾ, ਉਹਦੇ ਨਾਲ 8 ਕਿਲੋ MAP। ਤੁਸੀਂ ਫਿਰ ਜ਼ਿੰਕ ਜਾਂ ਬੋਰਾਨ ਪਹਿਲਾਂ ਵੀ ਦੇ ਸਕਦੇ ਹੋ, ਇਹਦੇ ਤੂੰ ਸੈਂਟਰ 'ਚ ਵੀ ਦੇ ਸਕਦੇ ਹੋ ਕਿਉਂਕਿ ਉਹਦੀ ਇੰਨੀ ਡੋਜ਼ ਭਾਰੀ ਨਹੀਂ ਹੁੰਦੀ। ਫਰਜ਼ ਕਰੋ ਜ਼ਿੰਕ ਪਾਣਾ ਤੁਸੀਂ 3-4 ਕਿਲੋ ਪਾ ਲਓਗੇ, ਬਸ ਇਨਫ ਹੈ ਪਾਣਾ। ਤੇ ਉਸ ਤੋਂ ਬਾਅਦ ਆ ਜਾਂਦਾ ਦੂਸਰਾ ਪਾਣੀ, ਮਤਲਬ ਆ ਗਿਆ ਤੁਹਾਡਾ 30 ਦਿਨਾਂ ਤੀਕਰ, ਪਹਿਲਾਂ 10 ਤੋਂ 15 ਫਿਰ 30 ਦਿਨਾਂ ਤੀਕਰ, 25 ਤੋਂ 30 ਦਿਨ ਕਹਿ ਸਕਦੇ ਹੋ। ਉਹਦੇ ਵਿੱਚ ਵੀ ਸੇਮ ਮਤਲਬ 10 ਕਿਲੋ MAP 1261, 40 ਕਿਲੋ ਕਮ ਸੇ ਕਮ 40 ਕਿਲੋ ਯੂਰੀਆ ਪਾ ਲਓ, 40 ਕਿਲੋ ਪਾ ਲਓ, 50 ਕਿਲੋ ਪੂਰੀ ਬੋਰੀ 60 ਛੜੋ, ਪਾਣੀ ਹੈ 40 ਕਿਲੋ ਤੇ ਯੂਰੀਆ ਲਾਜ਼ਮ ਪਾਓ। ਫਿਰ ਉਸ ਤੋਂ ਬਾਅਦ ਆ ਜਾਂਦੀ ਹੈ ਤੀਸਰੀ, ਮਤਲਬ ਹੈ 40 ਤੋਂ 45 ਦਿਨ, 40 ਤੋਂ 45 ਦਿਨਾਂ ਵਿੱਚ ਵੀ ਸੇਮ 10 ਕਿਲੋ MAP ਨਾਲ 40 ਕਿਲੋ ਯੂਰੀਆ। ਇਹ ਤੇ ਹੋ ਗਈ ਇੱਥੇ ਤੀਕਰ ਡੋਜ਼। ਕਿਉਂ? ਯੂਰੀਆ ਤੇ ਫਾਸਫੋਰਸ ਸਭ ਨਾਲੋਂ ਜ਼ਿਆਦਾ ਮੱਕੀ ਨੂੰ ਯੂਰੀਆ ਦੀ ਜ਼ਰੂਰਤ ਹੁੰਦੀ, ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਹੈ ਮੱਕੀ ਨੂੰ, ਕਿਉਂਕਿ ਉਹਦਾ ਤਨਾ ਡੰਡਾ ਬੜਾ ਲੰਬਾ ਹੁੰਦਾ ਹੈ। ਉਹਦੇ ਵਾਸਤੇ ਉਹਨੂੰ ਨਾਈਟ੍ਰੋਜਨ ਚਾਹੀਦੀ ਹੀ ਚਾਹੀਦੀ ਹੈ। ਜਿਸ ਦਿਨ ਉਹਦੀ ਨਾਈਟ੍ਰੋਜਨ ਘੱਟ ਹੁੰਦੀ ਹੈ ਉਹਦੇ ਪੱਤੇ ਥੱਲਿਓਂ ਨਾ ਯੈਲੋ ਹੋਣਾ ਸ਼ੁਰੂ ਕਰ ਸਕਦੇ ਨੇ, ਜਾਂ ਪਾਣੀ ਥੋੜ੍ਹਾ ਖੜਾ ਹੋ ਜਾਏ ਜ਼ਿਆਦਾ, ਪੱਤੇ ਯੈਲੋ ਹੋਣਾ ਸ਼ੁਰੂ ਕਰ ਸਕਦੇ ਨੇ। ਤੇ ਭਾਵੇਂ ਚਾਹੇ ਬਾਰਿਸ਼ ਹੈ ਭਾਵੇਂ ਪਾਣੀ ਖਲੋਤੇ ਉਹਦੇ ਵਿੱਚ, ਇਹ ਨਹੀਂ ਉਹਦੀ ਡੋਜ਼ ਮਿਸ ਨਹੀਂ ਕਰਨੀ। ਉਹਦੀ ਡੋਜ਼ ਤੁਸੀਂ ਲਾਜ਼ਮੀ, ਚਾਹੇ ਪਾਣੀ ਖਲੋਤੇ ਆ ਵੀ ਇਹਦੇ ਉੱਤੇ ਕੇਅਰ ਛੜੋ। 100% ਵਾਟਰ ਸੋਲੂਬਲ ਫਰਟੀਲਾਈਜ਼ਰ ਨੇ, ਤੇਜ਼ਾਬੀ ਖਾਦਾਂ ਨੇ ਹੱਲ ਹੋ ਜਾਂਦੀਆਂ, ਲੇਕਿਨ ਪਾਣੀਆਂ ਜ਼ਰੂਰ ਨੇ, ਇਹ ਯਾਦ ਰੱਖਿਓ। ਇਹਦੇ ਵਿੱਚ 2 ਬੜੀਆਂ ਅਹਿਮ ਨੇ ਜਿਹੜੀਆਂ ਸਭ ਨਾਲੋਂ ਜ਼ਰੂਰੀ ਨੇ, MAP ਤੇ ਯੂਰੀਆ। ਤੁਸੀਂ MAP ਵਿੱਚ ਵੀ ਨਾਈਟ੍ਰੋਜਨ ਹੈ,
ਉਹਦੇ 'ਚ ਵੀ 12% ਨਾਈਟ੍ਰੋਜਨ, ਲੇਕਿਨ ਨਹੀਂ, ਉਹ ਪੂਰੀ ਨਹੀਂ ਕਰ ਸਕਦੀ। ਤੁਸੀਂ ਨਾਈਟ੍ਰੋਜਨ 40 ਕਿਲੋ ਲਾਜ਼ਮੀ ਪਾਣੀ, ਪਹਿਲਾਂ ਸਭ ਨਾਲੋਂ 50 ਕਿਲੋ ਪਾਣੀ ਹੈ, ਫਿਰ ਅੱਗੋਂ ਜਿਹੜੀਆਂ 3 ਡੋਜ਼ਾਂ ਦੇਣੀਆਂ ਨੇ, ਤੁਸੀਂ 3 ਡੋਜ਼ਾਂ ਤੁਸੀਂ ਲਾਜ਼ਮੀ ਯਾਦ ਰੱਖਿਓ ਕਿ 40 ਕਿਲੋ 35 ਕਿਲੋ ਨਾਈਟ੍ਰੋਜਨ ਪਾਉਣ। ਐਨੀ ਨਾਈਟ੍ਰੋਜਨ ਕਿਸੇ ਫਸਲ ਨੂੰ ਨਹੀਂ ਚਾਹੀਦੀ ਹੁੰਦੀ। ਯਾਦ ਰੱਖਿਓ, ਜਿੰਨੀ ਨਾਈਟ੍ਰੋਜਨ ਮੱਕੀ ਨੂੰ ਚਾਹੀਦੀ ਹੈ ਨਾ, ਐਨੀ ਨਾਈਟ੍ਰੋਜਨ ਕਿਸੇ ਫਸਲ ਨੂੰ ਨਹੀਂ ਚਾਹੀਦੀ ਹੁੰਦੀ। ਸਾਰੀਆਂ ਫਸਲਾਂ ਚੁੱਕ ਕੇ ਵੇਖ ਲਓ, ਲੇਕਿਨ ਇਹਦੀ ਪੂਰੀ ਫਸਲ ਦੇ ਵਿੱਚ ਤੁਸੀਂ ਘੱਟ ਤੋਂ ਘੱਟ ਵੀ 4-5 ਬੋਰੀਆਂ ਪਾ ਸਕਦੇ ਹੋ, ਕਿਉਂਕਿ ਇਹ ਫਸਲ ਵੀ ਲੰਮੀ ਹੈ। ਲੇਕਿਨ ਇਹਦਾ ਵੇਖੋ, ਐਡੀ ਲੰਮੀ ਫਸਲ ਵੀ ਤੇ ਜਾਂਦੀ ਵੀ ਤੇ ਗੁਣ ਹੈ, ਤੇ ਇਹਨੇ ਰਹਿਣਾ ਵੀ ਗ੍ਰੀਨ। ਤੇ ਜਿੰਨਾ ਚਿਰ ਇਹਨੂੰ ਨਾਈਟ੍ਰੋਜਨ ਲੱਭਦੀ ਰਵੇ ਦੀ, ਇਹ ਚੜ੍ਹਦਾ ਰਵੇ ਤਾਂ ਗ੍ਰੀਨ ਪੱਤੇ ਹੁੰਦੇ ਜਾਣ। ਤੇ ਵਿੱਚ ਤੁਸੀਂ ਇਹਦੇ ਵਿੱਚ ਮੈਗਨੀਸ਼ੀਅਮ 10 ਕਿਲੋ ਕੋ ਐਡ ਕਰਨੀ ਹੈ, ਕਰ ਲਓ। ਮੈਗਨੀਸ਼ੀਅਮ ਜਿਹੜੀ ਯੂਪੀ ਮੈਂ ਥੱਲੇ ਜ਼ਮੀਨ ਦੀ ਤਿਆਰੀ 'ਚ ਪਵਾਈ ਸੀ, ਉਹਦੇ ਵਿੱਚ ਵੀ ਮੈਗਨੀਸ਼ੀਅਮ ਸਲਫੇਟ ਐਡ ਹੈ, ਇਹ ਯਾਦ ਰੱਖਿਓ। ਉਸ ਤੋਂ ਅੱਗੇ ਤੁਹਾਡਾ ਆ ਜਾਂਦਾ ਜਿਸਲੇ ਫਸਲ ਗੋਬ 'ਚ ਆਉਂਦੀ ਹੈ, ਜਿਸਲੇ ਗੋਬ 'ਚ ਆਉਣ ਲੱਗਦੀ ਹੈ, ਉਸਲੇ ਤੁਸੀਂ SOP ਦਾ ਇਸਤੇਮਾਲ ਕਰਨਾ ਸ਼ੁਰੂ ਕਰ ਸਕਦੇ ਹੋ। ਉਹਨੂੰ 2 ਡੋਜ਼ਾਂ 'ਚ 3 ਡੋਜ਼ਾਂ 'ਚ SOP ਲਾਜ਼ਮੀ ਪਾਣੀ ਸਟਾਰਟ ਕਰ ਛੱਡੋ। ਕਿਉਂ? ਜਿਹੜੀ ਪੋਟਾਸ਼ ਹੈ ਨਾ, SOP ਮਤਲਬ ਹੁੰਦਾ ਪੋਟਾਸ਼ੀਅਮ ਸਲਫੇਟ, ਜਿਹਨੂੰ ਅਸੀਂ 50-18 ਵੀ ਕਹਿੰਦੇ ਹਾਂ। ਉਹ ਤੁਹਾਡੀ ਜਿਹੜੀ ਛੱਲੀ ਹੋਣੀ, ਛੱਲੀ ਦਾ ਉਹਨੇ ਸਾਈਜ਼ ਵੱਡਾ ਕਰਨਾ। ਦਾਣੇ ਦਾ ਮਤਲਬ ਸਾਈਜ਼ ਵੱਡਾ ਕਰਨਾ, ਸੋ ਮੋਟਾ ਸਾਈਜ਼ ਕਰੇਗੀ, ਮਕਦਾਰ ਛੱਲੀ 'ਚ ਦਾਣਿਆਂ ਦੀ ਜ਼ਿਆਦਾ ਕਰੇਗੀ, ਉਹਦੇ ਵਿੱਚ ਟੇਸਟ ਪੈਦਾ ਕਰੇਗੀ। ਪੋਟਾਸ਼ ਦਾ ਇਹ ਕੰਮ ਹੈ। ਲੇਕਿਨ ਉਹ ਛੱਲੀ ਤਿੱਕਰ ਲਿਆਉਣ ਤੱਕ ਉਹ ਤੁਹਾਨੂੰ ਨਾਈਟ੍ਰੋਜਨ ਤੇ ਫਾਸਫੋਰਸ ਚਾਹੀਦੀ, ਸਭ ਨਾਲੋਂ ਜ਼ਿਆਦਾ ਨਾਈਟ੍ਰੋਜਨ ਚਾਹੀਦੀ ਹੈ। ਤੇ ਨਾਲ ਤੁਹਾਨੂੰ ਫਾਸਫੋਰਸ 10-10 ਕਿਲੋ ਵੀ ਦਿੰਦੇ ਰਹੋਗੇ ਨਾ ਤਾਂ ਇਨਾਫ ਹੈ। ਲੇਕਿਨ ਨਾਈਟ੍ਰੋਜਨ 40 ਕਿਲੋ ਲਾਜ਼ਮੀ ਪਾਣੀ ਹੈ। ਪਹਿਲਾਂ ਪੂਰਾ ਬੈਗ ਪਾਉਣਾ 50 ਕਿਲੋ ਦਾ, ਫਿਰ ਤੁਸੀਂ 35-40 ਤੁਸੀਂ ਪਾ ਸਕਦੇ ਹੋ। ਤੇ ਸਭ ਨਾਲੋਂ ਮੇਨ ਚੀਜ਼ ਕਿ ਜਿਸਲੇ ਤੁਸੀਂ ਪਹਿਲੀ ਦੂਸਰੀ ਫਰਟੀਲਾਈਜ਼ਰ ਸਟਾਰਟ ਕਰਨ ਲੱਗਦੇ ਹੋ ਨਾ, ਤੇ ਪਹਿਲਾਂ ਜਿਹੜਾ ਮੱਕੀ 'ਚ ਗੰਦ ਹੈ ਉਹਨੂੰ ਸਫਾਈ ਕਰਾ ਲੈਣਾ, ਉਹਨੂੰ ਕੋਈ ਜ਼ਹਿਰ ਦੀ ਸਪਰੇਅ ਕਰਵਾ ਕੇ ਉਹਨੂੰ ਖਤਮ ਕਰਵਾ ਲੈਣਾ। ਯਾਦ ਰੱਖਣਾ, ਕੋਈ ਵੀ ਤੁਸੀਂ ਫਰਟੀਲਾਈਜ਼ਰ ਸਟਾਰਟ ਕਰਨ ਤੋਂ ਪਹਿਲਾਂ ਜਿਹੜੀ ਵੀ ਫਸਲ 'ਚ ਤੁਹਾਡੇ ਗੰਦ ਹੈ ਨਾ, ਉਹ ਗੰਦ ਦੀ ਕੋਈ ਵੀ ਜ਼ਹਿਰ ਦੀ ਸਪਰੇਅ ਕਰਾ ਕੇ ਖਤਮ ਕਰਾਉਣਾ। ਕਿਉਂ? ਵਰਨਾ ਤੁਸੀਂ ਜਿਹੜੀ ਨਾਈਟ੍ਰੋਜਨ ਪਾਓਗੇ, ਜਿਹੜੀ ਫਾਸਫੋਰਸ ਪਾਓਗੇ, ਉਹ ਗੰਦ ਹੀ ਓਨੀ ਸਪੀਡ ਨਾਲ ਉਤਾਮਦਾ ਜਾਏਗਾ ਜਿੱਡੀ ਸਪੀਡ ਨਾਲ ਮੱਕੀ ਜਾਂਦੀ ਵੀ ਹੈ। ਇਸ ਗੱਲੇ ਪਹਿਲਾਂ ਗੰਦ ਖਤਮ ਲਾਜ਼ਮ ਕਰਨਾ ਹੈ, ਫਿਰ ਹੀ ਫਸਲ ਨੂੰ ਫਾਇਦਾ ਹੋਣਾ ਜੀ, ਯਾਦ ਰੱਖਿਓ। ਤੇ ਇਹਦੇ ਵਿੱਚ ਹੁਣ ਤੁਹਾਨੂੰ 2-3 ਚੀਜ਼ਾਂ ਦੱਸੀਆਂ ਨੇ, ਨਾਈਟ੍ਰੋਜਨ ਤੇ ਫਾਸਫੋਰਸ, ਨਾਈਟ੍ਰੋਜਨ ਫਾਸਫੋਰਸ, ਇਹ ਲਾਜ਼ਮੀ 2 ਚੀਜ਼ਾਂ ਚਲਦੀਆਂ, ਮਤਲਬ ਯੂਰੀਆ MAP, ਇਹ ਤੁਸੀਂ ਨਾਲ ਚਲਾਉਣੀਆਂ ਨੇ। ਮਕਦਾਰ ਤੁਹਾਨੂੰ ਮੈਂ ਦੱਸ ਛੜਿਆ, ਪਹਿਲੇ ਪਾਣੀ 'ਚ 50 ਕਿਲੋ ਯੂਰੀਆ, ਨਾਲ ਅੱਗੂ ਜਿਹੜਾ ਦੂਜਾ ਤੀਜਾ ਚੌਥਾ ਚੱਲਣਾ, ਉਹਦੇ 'ਚ 35-40 ਕਿਲੋ ਪਾਈ ਆਉਣੀ ਹੈ। ਇੰਜੇ ਹੀ ਨਾਲ ਪਹਿਲੇ ਦੂਜੇ ਪਾਣੀ ਤੋਂ ਸਟਾਰਟ ਹੋ ਜਾਣਾ, ਤੁਸੀਂ MAP ਪਾਊਡਰ 10 ਕਿਲੋ ਨਾਲ ਪਾਉਂਦਿਆਂ ਜਾਣਾ। ਐਂਡ ਤੇ ਜਿਹੜੇ ਫਸਲ ਗੋਬ ਤੇ ਪਹੁੰਚਣੀ ਹੈ, ਉਸ ਲਈ ਉਹਨੂੰ ਦੇਣੀ ਹੈ ਪੋਟਾਸ਼ ਨੇ ਤੁਹਾਨੂੰ ਦੱਸਿਆ ਉਹਨੇ ਦਾਣਾ ਮੋਟਾ ਕਰਨਾ, ਉਹਨੇ ਮਕਦਾਰ ਦਾਣੇ ਦੀ ਜ਼ਿਆਦਾ ਕਰਨੀ, ਉਹਨੇ ਉਹਦੇ 'ਚ ਟੇਸਟ ਪੈਦਾ ਕਰਨਾ। ਇਹ ਯਾਦ ਰੱਖੋ ਤੁਸੀਂ। ਤੇ ਇਹ ਵੇਖ ਲਓ ਸਾਰੀਆਂ ਜਿੰਨੀਆਂ ਵੀਡੀਓ ਬਣਾਈਆਂ ਨੇ, ਇਸ ਵੀਡੀਓ ਵਿੱਚ ਹੀ ਤੁਹਾਨੂੰ ਮੱਕੀ ਦਾ ਦੱਸਿਆ ਸਭ ਨਾਲੋਂ ਜ਼ਿਆਦਾ ਨਾਈਟ੍ਰੋਜਨ ਇਸਤੇਮਾਲ ਇਹਦੇ 'ਚ ਹੋਣੀ ਹੈ। ਤੇ ਇਹਦਾ ਵਸਾ ਬਿਲਕੁਲ ਨਹੀਂ ਖਾਣਾ ਕਿ ਚਲੋ ਜੀ 1 ਬੋਰੀ 60 ਸੜੀ ਹੈ ਤਾਂ ਬਸ ਠੀਕ ਹੈ, ਨਹੀਂ, ਇਹਦੇ 'ਚ ਸੱਟੀ ਆਉਣੀ, ਹਰ ਪਾਣੀ ਨਾਲ ਇਹਨੂੰ ਸੱਟੀ ਜਾਣਾ। 35-40 ਕਿਲੋ 40-50 ਦਿਨਾਂ ਤੱਕ ਤਾਂ ਲਾਜ਼ਮੀ ਕਰਨਾ। ਕਈ ਬੰਦੇ ਅੱਗੇ ਜਾ ਕੇ ਛੱਡ ਛੱਡਦੇ ਨੇ, ਬਸ ਜੇ ਨਾਈਟ੍ਰੋਜਨ ਪੂਰੀ ਹੋ ਗਈ, ਨਹੀਂ, ਨਾਈਟ੍ਰੋਜਨ ਦੀ ਤਾਦਾਦ ਘਟਾ ਲਓ, ਮਕਦਾਰ ਘਟਾ ਲਓ, ਲੇਕਿਨ ਛੱਡਣੀ ਨਹੀਂ ਹੈ। ਅਗਰ 35-40 ਕਿਲੋ ਪਾਉਂਦੇ ਪਏ, ਅੱਗੇ 8 ਕਿਲੋ 10 ਕਿਲੋ ਪਾ ਲਓ, ਲੇਕਿਨ ਐਂਡ ਤੱਕ ਪੱਕਣੇ ਤੱਕ ਉਹਨੂੰ ਚਾਹੀਦੀ ਹੈ, ਯਾਦ ਰੱਖਿਓ। ਤੇ ਫਿਰ ਵੀ ਇਸ ਤੋਂ ਇਲਾਵਾ ਵੀ ਕੋਈ ਹੋਵੇ ਤੁਹਾਨੂੰ ਸਮਝ ਨਾ ਆਈ ਜਾਵੇ, ਤੇ ਤੁਸੀਂ ਮੇਰੇ ਨੰਬਰ ਦਿੱਤੇ ਹੁੰਦੇ ਨੇ, ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਵੈਬਸਾਈਟ sajadgujar.com ਤੇ ਸਾਰੀ डिटेल वीडियो, हर डिटेल उर्दू च की, इंग्लिश की, वीडियो की, हर चीज़ लिखी है उत्थे।
ਉਹਦਾ ਸੈਂਪਲ ਵੀ, ਉਹਦਾ ਮਕਦਾਰ ਵੀ ਕਿੰਨੀ ਕਿੰਨੀ ਪਾਣੀ ਹੈ, ਉਹਦੀ ਲਿਖੀ ਵੀ ਹੈ ਤੇ ਨਾ ਹੋਵੇ ਸਮਝ ਵੀਡੀਓ ਵੀ ਹੈ। ਉਸ ਤੋਂ ਇਲਾਵਾ YouTube TikTok ਹਰ ਜਗ੍ਹਾ 'ਤੇ ਮੌਜੂਦ ਹੈ। ਤੁਹਾਨੂੰ ਅਗਰ ਕੋਈ ਵੀ ਚੀਜ਼ ਸਮਝ ਨਹੀਂ ਆਉਂਦੀ ਤੁਸੀਂ ਮੇਰੇ ਕੋਲ ਪੁੱਛ ਸਕਦੇ ਹੋ। ਅਤੇ ਤੁਹਾਡੇ ਪਿਆਰ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਸੀਂ ਬਹੁਤ ਪਿਆਰ ਦੇਣ ਲੱਗੇ ਹੋ। ਤੁਹਾਡੇ ਪਿਆਰ ਨਾਲ ਹੀ ਮੈਂ ਅਗਾਂਹ ਸਿਸਟਮ ਦਿਨ ਬ ਦਿਨ ਵੀਡੀਓ ਬਣਾਉਣਾ ਕਿ ਤੁਹਾਨੂੰ ਸਮਝ ਆ ਸਕੇ ਕਿ ਮੇਰੀ ਵਜ੍ਹਾ ਨਾਲ ਅਗਰ ਫਾਰਮਰ ਨੂੰ ਕੋਈ ਫਾਇਦਾ ਹੋ ਜੇ, 5 ਸਟਾਰ ਦੀ ਫਰਟੀਲਾਈਜ਼ਰ ਦੀ ਵਜ੍ਹਾ ਨਾਲ ਕਿਸੇ ਨੂੰ ਕੋਈ ਫਾਇਦਾ ਹੋ ਜੇ, ਉਹਦੇ ਤੋਂ ਵੱਡੀ ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ। ਕਿਉਂ? ਅਗਰ ਫਾਰਮਰ ਖੁਸ਼ ਹੈ ਅਤੇ 5 ਸਟਾਰ ਫਰਟੀਲਾਈਜ਼ਰ ਖੁਸ਼ ਹੈ, ਕਿਉਂਕਿ 5 ਸਟਾਰ ਫਰਟੀਲਾਈਜ਼ਰ ਬੇਸਿਕਲੀ ਬਣਿਆ ਹੀ ਫਾਰਮਰ ਵਾਸਤੇ, ਫਾਰਮਰ ਨੂੰ ਕੋਈ ਫਾਇਦਾ ਦੇ ਸਕੀਏ ਅਸੀਂ। ਅਤੇ ਲਾਜ਼ਮ ਸਬਸਕ੍ਰਾਈਬ ਕਰਿਓ, ਫਾਲੋ ਕਰਿਓ। ਕੋਈ ਵੀ ਗੱਲ ਲੱਗੀ ਹੋਵੇ, ਕੁਝ ਚੀਜ਼ ਸਮਝ ਨਾ ਆਈ ਹੋਵੇ, ਅਤੇ ਕਮੈਂਟਸ ਵਿੱਚ ਤੁਸੀਂ ਦੱਸ ਸਕਦੇ ਹੋ। ਜਜ਼ਾਕ ਅੱਲਾ। ਅਸਲਾਮ ਅਲੈਕੁਮ।